ਪੰਜਾਬੀ ਲਾਇਬ੍ਰੇਰੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅੱਜ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਵੱਲੋਂ ਲਿਖੀ ਬਾਬਾ ਬੋੜ ਕਹਾਣੀ ਨੂੰ ਅੱਗੇ ਪੜ੍ਹਾਂਗੇ। ਬਰਨਾਲੇ ਵਾਲੇ ਬਾਬਾ ਆਲਾ ਸਿੰਘ ਦਾ ਜ਼ਿਕਰ ਸੁਣ ਕੇ ਇੱਕ ਮੁੰਡਾ ਬੋਲਿਆ, ਉਹੀ ਬਾਬਾ ਆਲਾ ਸਿੰਘ ਜਿਸ ਦਾ ਪਟਿਆਲਾ ਫੱਤੋ ਮਾਈ ਸ਼ੇਰਨੀ ਦਾ ਜੋ ਘਰ ਵਾਲਾ। ਬਾਬਾ ਬੋੜ, ਹਾਂ ਉਹ ਹੀ ਕੈਦ ਸੀ, ਹੋ ਗਿਆ ਬਹਾਦਰ, ਫੱਤੋ ਨਾਰੀ ਉਸਦੀ ਲੋਹੇ ਦੀ ਚਾਦਰ। ਉਸਦਾ ਸਾਰੇ ਪੰਥ ਵਿੱਚ ਸੀ ਵੱਡਾ ਆਦਰ, ਨਾਲੇ ਸਭ ਨੂੰ ਯਾਦ ਸੀ ਕਲਗੀਧਰ ਦਾ ਵਰ। ਘਰ ਤਿਲੋਕ ਸਿੰਘ ਰਾਮ ਸਿੰਘ ਦਾ ਸਤਿਗੁਰ ਦਾ ਘਰ, ਲੱਖ ਰੁਪਇਆ ਫੱਤੋ ਨੇ ਝੱਟ ਇਕੱਠਾ ਲਿਆ ਕਰ। ਦਿੱਤਾ ਸ਼ਾਹ ਨੂੰ ਤੋਲ ਕੇ ਉਸ ਕੰਤ ਬਰਾਬਰ, ਅਹਿਮਦ ਸ਼ਾਹ ਵੀ ਜਾਣਿਆ ਇਹ ਮਰਦ ਦਿਲਾਵਰ। ਦਿੱਲੀ ਅਤੇ ਲਾਹੌਰ ਦਾ ਇਸਨੂੰ ਕਾਹਦਾ ਡਰ, ਮੰਨ ਲਿਆ ਸਰਹੰਦ ਦਾ ਭੁਪਿੰਦ ਉਜਾਗਰ। ਮੁੰਡਾ ਇੱਕ, ਤਾਹੀਂ ਬੁੱਲੇ ਆਖਿਆ ਧੰਨ ਤੂੰ ਹੈ ਖਾਲਕ, ਭੂਰਿਆਂ ਵਾਲੇ ਦੇਸ਼ ਦੇ ਕਰ ਦਿੱਤੇ ਮਾਲਕ। ਬਾਬਾ ਬੋੜ, ਰਾਜੇ ਹੋ ਗਏ ਦੇਸ਼ ਤੇ ਹੁਣ ਭੂਰਿਆਂ ਵਾਲੇ, ਮੁਗਲਾ ਪੀਤੇ ਜ਼ਹਿਰ ਦੇ ਭਰ ਭਰ ਕੇ ਪਿਆਲੇ। ਮਾਲਕ ਹੋਏ ਜ਼ਿਮੀ ਦੇ ਹਲ ਵਾਉਣ ਵਾਲੇ, ਵਿੱਚ ਦੁਆਬੇ ਮਾਲਵੇ ਅਤੇ ਮਾਝੇ ਸਾਰੇ। ਤਾਂ ਹੀ ਵੱਡੇ ਜ਼ਿਮੀਦਾਰ ਨਹੀਂ ਮਿਲਦੇ ਬਾਲੇ, ਇਹਨਾਂ 7-8 ਜ਼ਿਲ੍ਹਿਆਂ ਵਿਚਕਾਰੇ। ਫਿਰ ਜਦੋਂ ਪਰ ਸਿੰਘ ਵੀ ਬਣ ਗਏ ਰਜਵਾੜੇ, ਇੱਕ ਇੱਕ ਕਰਕੇ ਝੱਫ ਲਏ ਉਸ ਮਰਦ ਕਰਾਰੇ। ਮਹਾ ਸਿੰਘ ਸਰਦਾਰ ਦੇ ਰਣਜੀਤ ਦੁਲਾਰੇ। ਦੂਜਾ ਮੁੰਡਾ, ਹੁਣ ਆਇਆ ਰਣਜੀਤ ਸਿੰਘ ਸੂਰੇ ਦਾ ਵੇਲਾ, ਵਿੱਚ ਪੰਜਾਬੇ ਗੱਜਿਆ ਵਰਿਆਮ ਅਕੇਲਾ। ਹੁਣ ਤੱਕ ਯਾਦ ਹੈ ਦੇਸ ਨੂੰ ਉਹ ਮਰਦ ਦਾ ਚੇਲਾ, ਬਾਬਾ ਸਾਡੇ ਦੇਸ ਤੇ ਅੱਜ ਸਮਾਂ ਦੁਹੇਲਾ, ਉਸ ਜਿਹਾ ਹੁਣ ਚਾਹੀਏ ਕੋਈ ਮਰਦ ਸੁਹੇਲਾ। ਬਾਬਾ ਬੋੜ, ਹੁਣ ਨਹੀਂ ਕਾਕਾ ਚਾਹੀਏ ਕੋਈ ਰਾਜਾ ਰਾਣਾ, ਆਗੂ ਚਾਹੀਏ ਦੇਸ ਨੂੰ ਜੋਧਾ ਅਤੇ ਸਿਆਣਾ, ਜਿਸ ਵਿੱਚ ਹੋਵੇ ਤਾਣ ਤੇ ਬੁੱਧੀ ਨਿਰਵਾਣਾ। ਹੋਈ ਜਾਣਦਾ ਦੇਸ ਲਈ ਤਲਵਾਰ ਉਠਾਣਾ, ਢਾਹ ਕੇ ਇਸ ਸਮਾਜ ਨੂੰ ਇੱਕ ਨਵਾਂ ਬਣਾਉਣਾ। ਮੁੰਡਾ ਇੱਕ, ਅੱਗੇ ਬਾਬਾ ਦੱਸਦੇ ਉਹ ਦੁੱਖ ਕਹਾਣੀ, ਕਿਵੇਂ ਦੇਸ ਖੋਹ ਲਿਆ ਇੱਕ ਕਮਲਾ ਰਾਣੀ। ਕਿਵੇਂ ਉਸਦੀ ਅਕਲ ਤੇ ਇੱਕ ਕਾਇਰ ਢਾਣੀ, ਛਾ ਗਈ ਸੀ ਜਿਨ੍ਹਾਂ ਨੇ ਸੀ ਗਾਲੇ ਠਾਣੀ। ਮਾਣ ਭਰੀ ਪੰਜਾਬ ਨੂੰ ਕਰ ਦਈਏ ਨਾ ਮਾਣੀ। ਬਾਬਾ ਬੋੜ, ਮੇਰੇ ਵਿੱਚ ਨਹੀਂ ਕਾਕਿਓ ਦੱਸਣ ਦਾ ਤਾਣ, ਦਿੱਤੀ ਕਿਵੇਂ ਪੰਜਾਬ ਨੂੰ ਕਿਸਮਤ ਨੇ ਹਾਣ। ਪੜ੍ਹਨੀ ਚਾਹੋ ਠੀਕ ਜੇ ਸਿਆਣੇ ਨਾਦਾਨ, ਲਿਖ ਗਿਆ ਸੋਹਣੇ ਬਹਿਰ ਵਿੱਚ ਇੱਕ ਮੁਰਦ ਸੁਜਾਨ। ਸ਼ਾਹ ਮੁਹੰਮਦ ਮਰਦ ਮੋਮਨ ਮੁਸਲਮਾਨ, ਤੇ ਹਨ ਕੁਝ ਅੰਗਰੇਜ਼ ਵੀ ਤਾਰਿਕ ਦਾਨ। ਜਿਵੇਂ ਕੰਨੀ ਕੰਮ ਲੜੇ ਸਨ ਜੋ ਵਿੱਚ ਮੈਦਾਨ, ਉਹਨਾਂ ਵੀ ਕੀਤਾ ਹੈ ਕਾਫੀ ਸੱਚ ਬਿਆਨ। ਇਹਨਾਂ ਅੱਖਾਂ ਸਾਹਮਣੇ ਮੱਚੇ ਘਮਸਾਨ, ਮੈਂ ਦੱਸਾਂਗਾ ਸੋਈ ਸੁਣ ਲੋ ਨਾਲ ਧਿਆਨ। ਮੁੰਡਾ ਦੂਜਾ, ਤੇਰੀਆਂ ਅੱਖਾਂ ਸਾਹਮਣੇ ਜੋ ਹੋਏ ਜੰਗ, ਉਹ ਵੀ ਕਿਹੜਾ ਅਸਾਂ ਨੂੰ ਘੱਟ ਕਰਸਨ ਦੰਗ। ਮੁੰਡਾ ਪਹਿਲਾ, ਲੜਿਆ ਜਿਵੇਂ ਅਜੀਤ ਸਿੰਘ ਉਹ ਸ਼ੇਰ ਨਿਹੰਗ, ਦੱਸੀ ਬਾਬਾ ਖੋਲ ਕੇ ਭਾਵੇਂ ਅਫਰੰਗ, ਹੋ ਜਾਣ ਤੁਧ ਤੇ ਖਫਾ ਹੀ ਤੈਨੂੰ ਕੀ ਸੰਗ। ਬਾਬਾ ਬੋੜ, ਛਾਉਣੀ ਸੀ ਅੰਗਰੇਜ਼ ਦੀ ਵਿੱਚ ਲੁਧਿਆਣੇ, ਸਤਲੁਜ ਦੇ ਇਸ ਪਾਰ ਸਨ ਜੋ ਰਾਜੇ ਰਾਣੇ। ਕਰਦੇ ਗੋਰੇ ਉਹਨਾਂ ਤੇ ਸਨ ਜ਼ਰ ਸਿੰਘਾਣੇ, ਚੁੱਪ ਚਪੀਤੇ ਜ਼ਰ ਗਏ ਜੋ ਘਰ ਨੂੰ ਸਿਆਣੇ। ਕਈ ਅਣਖੀਲੇ ਸ਼ੇਰ ਸਨ ਪਰ ਕੁਝ ਸਮਾਣੇ, ਅੱਖਾਂ ਵਿੱਚ ਅੰਗਰੇਜ਼ ਦੇ ਜਿਉਂ ਰੜਕਣ ਦਾਣੇ। ਜਿਉਂਦਾ ਜਾ ਰਣਜੀਤ ਸੀ ਤਾਂ ਰਹੇ ਠਿਕਾਣੇ, ਮੋਇਆ ਤਾਂ ਫਿਰ ਘੜ ਲਏ ਸੋ ਕਈ ਬਹਾਨੇ। ਉਧਰ ਵਿੱਚ ਲਾਹੌਰ ਦੇ ਵਗ ਗਏ ਸਨ ਭਾਣੇ, ਸੰਦਾ ਵਾਲੀਏ ਡੋਗਰੇ ਬੇਈਮਾਨ ਨਮਾਣੇ। ਲੱਗ ਗਏ ਰਣਜੀਤ ਦੇ ਲਹੂ ਵਿੱਚ ਨਿਹਾਣੇ, ਨੌ ਨਿਹਾਲ ਤੇ ਸ਼ੇਰ ਸਿੰਘ ਨੂੰ ਲਾ ਠਿਕਾਣੇ। ਆਪੇ ਕਿਹੜਾ ਬੁਰਛਿਆਂ ਸੁੱਖ ਦੇ ਦਿਨ ਮਾਣੇ, ਰਹਿ ਗਏ ਵਿੱਚ ਪੰਜਾਬ ਦੇ ਨਾਰਾਂ ਦੇ ਨਿਆਣੇ। ਆਪ ਮੁਹਾਰੀ ਫੌਜ ਕਿਸੇ ਨੂੰ ਕੁਝ ਨਾ ਜਾਣੇ, ਤੇਜ ਲਾਲ ਤੇ ਡੋਗਰੇ ਦੇ ਖੋਟੇ ਢਾਣੇ। ਮਥਲੇ ਭਾਗ ਪੰਜਾਬ ਦੇ ਦਰਿਆ ਰੁੜਾਣੇ। ਮੁੰਡਾ ਦੂਜਾ, ਹਾਂ ਕਹਿੰਦੇ ਹਨ ਦੁਸ਼ਮਣ ਦੇ ਸਨ ਨਾਲ ਉਹ ਰਲੇ, ਦੱਸਣ ਸਾਡੀ ਫੌਜ ਨੂੰ ਉਹ ਢੰਗ ਕੁਵੱਲੇ। ਤੋੜੇ ਥਾਂ ਬਾਰੂਦ ਦੀ ਸ਼ਹਿਰੋਂ ਦੇ ਕੱਲੇ, ਭਾਜਾਂ ਪਈਆਂ ਜਾਣ ਕੇ ਹੋ ਗਏ ਦੁਗੱਲੇ। ਬਾਬਾ ਬੋੜ, ਵਿੱਚ ਲੁਧਿਆਣੇ ਗੋਰਿਆਂ ਦਾ ਸਿਪਾ ਸਲਾਰ ਹੈਰੀ ਸਾਹਿਬ ਸਮਿਥ ਸੀ ਵੱਡਾ ਜਬਾਰ। ਕਰ ਲਈ ਉਸਨੇ ਕੈਦ ਸਨ ਕਈ ਬਿਸਵੇਦਾਰ,
ਪਾ ਰਿਹਾ ਸੀ ਲਾਡੂਏ ਵਾਲੇ ਤੇ ਭਾਰ। ਆ ਕੇ ਤਦ ਰਣਜੋਤ ਸਿੰਘ ਨੇ ਲਿੱਤੀ ਸਾਰ, ਲਾਏ ਉਸਨੂੰ ਹੱਥ ਸਨ ਆ ਕੇ ਸਰਦਾਰ। ਇੱਥੇ ਹੋਈ ਜੰਗ ਸੀ ਵਿੱਚ ਬਦੋਵਾਲ, ਨੱਸ ਗਿਆ ਅਫਰੰਗੜਾ ਹੋ ਬਹੁਤ ਖੁਆਰ। ਉਧਰ ਪਰਸੀ ਵਗ ਗਈ ਕਿਸਮਤ ਦੀ ਮਾਰ, ਬੇਈਮਾਨਾ ਜਿੱਤ ਤੋਂ ਕਰ ਦਿੱਤੀ ਹਾਰ। ਮੁਦਕ ਫੇਰੂ ਸ਼ਹਿਰ ਵਿੱਚ ਬਾਜੋ ਸਰਕਾਰ, ਰਹਿ ਗਿਆ ਸਿੰਘ ਅਜੀਤ ਕੱਲਾ ਬੱਦੋਵਾਲ। ਘੇਰ ਲਿਆ ਮੁੜ ਆਣ ਕੇ ਗੋਰਿਆਂ ਦੀ ਧਾੜ, ਲੜਿਆ ਹੋ ਕੇ ਸਾਹਮਣਾ ਉਹ ਬਹੁਤਿਆਂ ਦੇ ਨਾਲ। ਫੌਜ ਵਿਚਾਰੇ ਕੋਲ ਸੀ 2-3 ਹਜ਼ਾਰ, ਸੁਰੇ ਇਨ੍ਹਾਂ ਪਿੰਡਾਂ ਦੇ ਜਿਨ੍ਹਾਂ ਨੂੰ ਸਾਰ। ਹੈ ਸੀ ਦੇਸ ਤੇ ਕੌਮ ਦੀ ਜਾਨ ਵਿਚਕਾਰ, ਧੜਕਣ ਹੈ ਸੀ ਅਣਖ ਦੀ ਅਤੇ ਦੇਸ ਪਿਆਰ। ਵਗ ਰਿਹਾ ਸੀ ਨਾੜੀਆਂ ਵਿੱਚੋਂ ਛੱਲਾਂ ਮਾਰ, ਗਿੱਲ ਧਾਂਦਰਾ ਰਾਏਪੁਰ ਤੇ ਗੁੱਜਰਵਾਲ। ਲਲਤੋਂ ਬੱਦੋਵਾਲ ਤੇ ਮਨਸੂਰ ਭਮਾਲ, ਦਾਖਾ ਰੁੜਕਾ ਮੋਹੀ ਰਕਬਾ ਅਤੇ ਸਦਾਰ। ਸਿੱਧੂ ਸੇਖੋਂ ਗਿੱਲ ਬੱਲ ਤੇ ਗਰੇਵਾਲ, ਲੜੇ ਤੋੜ ਕੇ ਜਾਨਾ ਸਭ ਵੈਰੀ ਦੇ ਨਾਲ। ਦਿੱਤਾ ਧਰਮ ਨਿਭਾ ਪਰ ਕਿਸਮਤ ਨੇ ਹਾਰ, ਲਿਖ ਦਿੱਤੀ ਸੀ ਦੇਸ ਨੂੰ ਤਾਂ ਹੀ ਗੱਦਾਰ। ਕਰ ਦਿੱਤੇ ਸਨ ਖਾਲਸੇ ਦੇ ਜਥੇਦਾਰ, ਆ ਗਿਆ ਸਿੰਘ ਅਜੀਤ ਜਦ ਘੇਰੇ ਵਿਚਕਾਰ। ਲਾਈ ਵਾਂਗ ਕਮਾਣ ਦੇ ਤੋਪਾਂ ਦੀ ਵਾੜ, ਕੇਸੀ ਨਹਾ ਕੇ ਆ ਗਿਆ ਤੇ ਲਈ ਖਿਲਾਰ। ਮੋਢਿਆਂ ਉੱਤੇ ਉਸਨੇ ਚੰਡੀ ਦੀ ਵਾਰ ਪੜੇ ਅਤੇ ਫਿਰਦਾ ਦਾਗਦਾ ਤੋਪਾਂ ਜਿਉਂ ਯਾਰ ਆਤਿਸ਼ਬਾਜ਼ ਵਿਆਹ ਵਿੱਚ ਗੋਲੇ ਅਨਾਰ। ਦਾਰੂ ਸਿੱਕਾ ਦੇ ਗਿਆ ਜਦ ਆਖਰ ਹਾਰ, ਫੜਿਆ ਗਿਆ ਅਜੀਤ ਦੇਸ ਦਾ ਸੁੱਚਾ ਲਾਲ। ਮੁੰਡਾ ਪਹਿਲਾ। ਇਹੋ ਜਿਹੇ ਯੋਧਿਆਂ ਦੀ ਅਸੀਂ ਔਲਾਦ, ਸੁਣ ਕੇ ਬਾਬਾ ਕਥਾ ਇਹ ਆ ਗਿਆ ਸਵਾਦ। ਆਵੇ ਜੋ ਸਰੀਰ ਨੂੰ ਹੈ ਸਾਨੂੰ ਸਾਧ, ਲਿੱਤਾ ਡਰ ਤੇ ਕਾਇਰਤਾ ਸਾਡੀ ਜਾਇਦਾਦ। ਰਹਿ ਗਏ ਹਲ ਪੰਜਾਲੀਆਂ ਈਰਖਾਵਾਦ। ਬਾਬਾ ਬੋੜ। ਕਰ ਰਹੇ ਤੇਰੇ ਦੇਸ ਨੂੰ ਕਾਕਾ ਬਰਬਾਦ, ਫੋਕਾ ਆਤਮਵਾਦ ਤੇ ਅਹਿੰਸਾਵਾਦ। ਦੁਨੀਆ ਉੱਤੇ ਹੋ ਰਹੇ ਜੋ ਘੋਰ ਅਪਰਾਧ, ਇਹਨਾਂ ਤਾਈਂ ਤਦੇ ਹੀ ਸਕੋਗੇ ਸਾਧ। ਵੱਡਿਆਂ ਵਾਲੀ ਰੀਤ ਜੇ ਰੱਖੋਗੇ ਯਾਦ, ਵੇਖੋ ਬੀਬਾ ਤੁਸਾਂ ਦੇ ਆਬਾ ਅਜ਼ਦਾਦ। ਲੜ ਮਰਨਾ ਸੰਜਾਣ ਦੇ ਛੱਡ ਸੁੱਖ ਸਵਾਦ, ਪਰ ਜੋ ਹੋਈ ਦੇਸ ਵਿੱਚ 48 ਬਾਅਦ। ਰੋਣਾ ਮੈਨੂੰ ਆਉਂਦਾ ਹੈ ਕਰਕੇ ਯਾਦ। ਕਿਸ ਤਰ੍ਹਾਂ ਪੰਜਾਬ ਨੂੰ ਪੈ ਗਿਆ ਸਵਾਦ, ਤੋਤੇ ਵਾਂਗੂ ਪਿੰਜਰੇ ਦਾ ਕਾਇਰਵਾਦ। ਕਿਵੇਂ ਰਚ ਗਿਆ ਇਹਨਾਂ ਦੇ ਵਿੱਚ ਦਿਲ ਦਿਮਾਗ, ਕਿਧਰੇ ਵੀ ਕਮਜ਼ੋਰ ਨੂੰ ਨਹੀਂ ਮਿਲਦੀ ਦਾਦ। ਕਰਦਾ ਫਿਰੇ ਜਹਾਨ ਵਿੱਚ ਸਾਰੇ ਫਰਿਆਦ। ਮੁੰਡਾ 1। ਕਿਵੇਂ ਸਥਾਪਤ ਹੋ ਗਿਆ ਅੰਗਰੇਜ਼ੀ ਰਾਜ, ਦੇਸ ਉੱਤੇ ਫਿਰ ਹੋ ਗਿਆ ਇਹ ਕਿਵੇਂ ਮੁਹਤਾਜ। ਕਿਵੇਂ ਗੁਲਾਮੀ ਹੋ ਗਈ ਲੋਕਾਂ ਦਾ ਭਾਗ, ਕਿਵੇਂ ਗਰੀਬੀ ਵੱਧ ਗਈ ਹੋ ਗਏ ਅਕਾਜ। ਕਾਰੀਗਰ ਕਿਸਾਨ ਤੇ ਵਿਗੜੇ ਸਭ ਸਾਜ, ਐਸ਼ਵਰਸ਼ ਤੇ ਮਾਣ ਦੇ ਨਾ ਰਹਿ ਗਈ ਲਾਜ। ਕਰ ਵਰਣਨ ਤੂੰ ਬਾਬਿਆ ਕਰ ਉੱਚੀ ਆਵਾਜ਼। ਬਾਬਾ ਬੋੜ। ਬੈਠ ਗਏ ਅੰਗਰੇਜ਼ ਜਦ ਆ ਵਿੱਚ ਲਾਹੌਰ, ਵਿਗੜਨ ਲੱਗੇ ਝੱਬ ਹੀ ਰਾਣੀ ਵੱਲ ਤੋਰ। ਆਈ ਉਸਨੂੰ ਹੋਸ਼ ਹੁਣ ਸਭ ਕੁਝ ਕਰ ਚੋੜ, ਟੁੱਟ ਗਿਆ ਜਦ ਦੇਸ਼ ਦਾ ਅਭਿਆਨ ਬਲੌਰ। ਰਹਿ ਗਈ ਲਾਸ਼ ਪੰਜਾਬ ਦੀ ਤੇ ਉੱਡ ਗਿਆ ਭੌਰ। ਮੁੰਡਾ ਦੂਜਾ। ਅਸਚਰਜ ਦੀ ਬਾਬਾ ਗੱਲ ਨਹੀਂ ਇਸ ਵਿੱਚ ਕਾਈ, ਨਾਲ ਮੂਰਖਾਂ ਐਵੇਂ ਹੀ ਹੁੰਦੀ ਆਈ। ਬਾਬਾ ਬੋੜ। ਚੇਤ ਸਿੰਘ ਸਰਦਾਰ ਦੇ ਘਰ ਵਿੱਚ ਕੁੜਮਾਈ ਸੀ ਦਲੀਪ ਸਿੰਘ ਮਹਾਰਾਜ ਦੀ ਭਾਈ। ਵਿਆਹ ਰਚਾਉਣ ਦੀ ਉਹਨਾਂ ਦੇ ਜਦ ਮਨ ਵਿੱਚ ਆਈ, ਤਾਂ ਵਿੱਚ ਆ ਅੰਗਰੇਜ਼ ਨੇ ਸੀ ਲੱਤ ਅੜਾਈ। ਮਹਾਰਾਜ ਦੀ ਉਮਰ ਹੈ ਛੋਟੀ ਅਧਿਕਾਈ, ਨਾਲੇ ਅਸਾਂ ਕਰਵਾਣੀ ਹੈ ਅਜੇ ਪੜ੍ਹਾਈ। ਅਸਲ ਵਿੱਚ ਜੋ ਉਹਨਾਂ ਨੇ ਸੀ ਬਣਤ ਬਣਾਈ, ਰਾਣੀ ਦੀ ਵੀ ਸਮਝ ਵਿੱਚ ਆਈ ਕੁਝ ਰਾਏ। ਕਰਨੀ ਮੇਰੇ ਪੁੱਤ ਦੀ ਕੀ ਨਾ ਭਲਾਈ, ਚਾਹੁੰਦੇ ਹਨ ਮਹਾਰਾਜ ਨੂੰ ਕਰਨਾ ਈਸਾਈ। ਮੁੰਡਾ ਤੀਜਾ। ਅੱਛਾ, ਮਨ ਵਿੱਚ ਉਹਨਾਂ ਦੇ ਸੀ ਇਹ ਚਤੁਰਾਈ। ਬਾਬਾ ਬੋੜ। ਇਸ ਲਈ ਕੀਤਾ ਉਹਨਾਂ ਨੇ ਰਾਣੀ ਤੋਂ ਵੱਖ, ਮਹਾਰਾਜ ਨੂੰ ਰੋਂਦਿਆਂ ਰਾਣੀ ਦੀ ਅੱਖ ਵੀ ਡੁੱਬੀ ਵਿੱਚ ਹੰਝੂਆਂ। ਹੋ ਗਈ ਪਰਤੱਖ ਭਾਵੀ ਉਸਦੇ ਸਾਹਮਣੇ, ਕੀਤੇ ਉਸ ਲੱਖ ਰੋਸ ਨਾ ਹੋਰੇ ਕੌਣ ਸੀ ਪਰ ਉਸਦੇ ਪੱਖ। ਕੀਤੀ ਨਾ ਪਰਵਾਹ ਕਿਸੇ ਨੇ ਉਸਦੀ ਕੱਖ। ਮੁੰਡਾ ਪਹਿਲਾ। ਜਿਸਨੇ ਆਪ ਗਵਾਇਆ ਕੀ ਉਸਦੀ ਰੱਖ। ਬਾਬਾ ਬੋੜ। ਵਿੱਚ ਹਜ਼ਾਰੇ ਚੇਤ ਸਿੰਘ ਦਾ ਨਾਇਬ ਇੱਕ, ਐਡਵਰਡ ਅੰਗਰੇਜ਼ ਸੀ ਉਹ ਡਾਢਾ ਦਿਖ। ਕਰ ਦਿੱਤਾ ਸੀ ਚੇਤ ਸਿੰਘ ਤੇ ਉਸਦੇ ਸਿੱਖ, ਹੇਠ ਪਠਾਣਾ ਛੇੜਿਆ ਝਗੜਾ ਅਣਟਿਕ।
ਮੁੰਡਾ ਪਹਿਲਾ, ਇਸੇ ਕਰਕੇ ਸ਼ੇਰ ਸਿੰਘ ਰਲ ਗਿਆ ਸੀ ਮੂਲ ਰਾਜ ਦੇ। ਬਾਬਾ ਬੋੜ, ਜਾਣਦਿਆਂ ਤੂੰ ਸਾਰੇ ਹਾਲ, ਸੋਝੀ ਵਾਲਾ ਜਾਪਦਿਆਂ ਤੂੰ ਬੀਬਾ ਵਾਲ। ਮੂਲ ਰਾਜ ਤੇ ਸ਼ੇਰ ਸਿੰਘ ਪੂਰਾ 1 ਸਾਲ ਲੜੇ ਵਿਰੁੱਧ ਅੰਗਰੇਜ਼ ਦੇ ਸੁਰਮਗਾਤ ਨਾਲ, ਪਰ ਬੀਬਾ ਸੀ ਸਮੇਂ ਦੀ ਕੁਝ ਐਸੀ ਚਾਲ, ਨਾ ਸਕੇ ਉਹ ਦੇਸ਼ ਦੀ ਭਾਵੀ ਨੂੰ ਟਾਲ। ਇਸ ਵਿੱਚ ਨਹੀਂ ਬੀਬਿਆ ਜਨਤਾ ਦਾ ਦੋਸ਼, ਇਹ ਸਰਦਾਰ ਪੰਜਾਬ ਦੇ ਜਿਨ੍ਹਾਂ ਨੂੰ ਰੋਸ ਸੀ ਕੁਝ ਅੰਗਰੇਜ਼ ਨਾਲ ਉਸ ਲਈ ਪਲੋਸ। ਰਾਣੀ ਸੇ ਨੇਪਾਲ ਵਿੱਚ ਸੈਂਕੜਿਆਂ ਕੋਸ, ਤੇ ਦਲੀਪ ਸਿੰਘ ਬਣ ਗਿਆ ਸੀ ਟੋਪੀ ਪੋਸ਼। ਜਨਤਾ ਵਿੱਚ ਤਾਂ ਬਹੁਤ ਸੀ ਉਦੋਂ ਵੀ ਜੋਸ਼, ਪਰ ਮਰ ਹਟਿਆ ਇੱਧਰ ਦੀ ਨਾ ਕੀਤੀ ਹੋਸ਼। ਮੁੰਡਾ 1, ਇਦੋਂ ਪਿੱਛੋਂ ਕਿਸ ਤਰ੍ਹਾਂ ਹੰਡਿਆ ਪੰਜਾਬ, ਕੀਤੀ ਇਸ ਦੀ ਸਾਮਰਾਜ ਨੇ ਕੈਸੀ ਬਾਬ, ਇਸ ਦਾ ਵੀ ਤੂੰ ਦੱਸ ਦੇ ਕੋਈ ਲਾ ਹਿਸਾਬ। ਬਾਬਾ ਬੋੜ, ਹਾਂ ਪੈ ਗਿਆ ਪੰਜਾਬ ਸੀ ਸੁਣ ਪੁੱਠੇ ਰਾਹੀ, ਚੰਗੀ ਲੱਗੀ ਦੱਸਦਾ ਸੀ ਇਸ ਨੂੰ ਫਾਹੀ। ਜਰਨੈਲਾਂ ਦੇ ਪੁੱਤ ਹੁਣ ਬਣ ਗਏ ਸਿਪਾਹੀ, ਸਮਝ ਲਿਆ ਚਪੜਾਸ ਨੂੰ ਇਹਨਾਂ ਨੇ ਸ਼ਾਹੀ। ਆਪਣੇ ਹੱਥੀ ਮੂਰਖਾ ਆਪਣੀ ਪੱਤ ਲਾਹੀ। ਮੁੰਡਾ, ਨਾਮਧਾਰੀਆ ਬਾਬਿਆਂ ਕੁਝ ਸੁਰਮਗਤ ਨਹੀਂ ਸੀ ਕੀਤੀ, ਖੋਲ ਕੇ ਕੁਝ ਸਾਨੂੰ ਦੱਸ। ਬਾਬਾ ਬੋੜ, ਨਾਮਧਾਰੀਆ ਠੀਕ ਸੀ ਕੁਝ ਧੋਣਾ ਧੋਇਆ, ਪਰ ਉਹਨਾਂ ਨੂੰ ਅਜੇ ਨਹੀਂ ਸੀ ਚਾਨਣ ਹੋਇਆ, ਸਾਮਰਾਜ ਦਾ ਕਿਸ ਤਰ੍ਹਾਂ ਹੈ ਪੁੱਟਣਾ ਟੋਆ। ਮੁੰਡਾ ਤੀਜਾ, ਘੱਟ ਨਹੀਂ ਸੀ ਉਹਨਾਂ ਦੀ ਵੀ ਤਾਂ ਕੁਰਬਾਨੀ, ਭਾਵੇਂ ਹੈ ਇਤਿਹਾਸ ਨੇ ਕੁਝ ਘੱਟ ਬਿਆਨੀ। ਬਾਬਾ ਬੋੜ, ਜ਼ੁਲਮ ਉਹਨਾਂ ਤੇ ਬਹੁਤ ਸੀ ਅੰਗਰੇਜ਼ਾਂ ਢਾਇਆ, ਤੋਪਾਂ ਅੱਗੇ ਰੱਖ ਕੇ ਸੀ ਗਿਆ ਉਡਾਇਆ। ਗੁਰੂ ਉਹਨਾਂ ਦਾ ਪਕੜ ਕੇ ਰੰਗੂਨ ਪਹੁੰਚਾਇਆ, ਜਿਸ ਦਾ ਮੁੜ ਕੇ ਸੋ ਪਤਾ ਕੁਝ ਨਹੀਂ ਆਇਆ। ਉਹਨਾਂ ਦੀਆਂ ਸ਼ਹੀਦੀਆਂ ਦਾ ਚਾਹੀਏ ਪਾਇਆ, ਮੁੱਲ ਯੋਗ ਪਰ ਅਜੇ ਨਹੀਂ ਸੀ ਵੇਲਾ ਆਇਆ, ਸਾਮਰਾਜ ਦਾ ਕਿਸ ਤਰ੍ਹਾਂ ਕੱਟ ਜਾਂਦਾ ਫਾਹਿਆ। ਮੁੰਡਾ ਦੂਜਾ, ਕਿਹੜੇ ਸਾਲਾਂ ਵਿੱਚ ਸੀ ਇਹ ਹੋਏ ਸਾਕੇ, ਬਾਬਾ ਦੱਸ ਹਿਸਾਬ ਤੂੰ ਇਹ ਵੀ ਕੁਝ ਲਾ ਕੇ। ਬਾਬਾ ਬੋੜ, 70-80 ਵਿਚਲੀਆਂ ਹੈ ਇਹ ਗੱਲਾਂ, ਆਜ਼ਾਦੀ ਦੇ ਸ਼ਹੂ ਦੀਆਂ ਇਹ ਪਹਿਲੀਆਂ ਛੱਲਾਂ। ਮੁੰਡਾ ਪਹਿਲਾ, ਬਾਬਾ ਹਾਲ ਦਲੀਪ ਦਾ ਕੁਝ ਹੋਰ ਬਿਆਨ, ਕਿਵੇਂ ਖਵਾ ਕੇ ਰਾਜ ਕੀਤੀ ਗੁਜ਼ਰਾਨ। ਬਾਬਾ ਬੋੜ, ਕਰੁਣਾਮਈ ਦਲੀਪ ਦੀ ਹੈ ਬਹੁਤ ਕਹਾਣੀ, ਡਰਦਾ ਹਾਂ ਮੇਤੋਂ ਨਹੀਂ ਉਹ ਦਸੀ ਜਾਣੀ। ਪਹਿਲੀ ਇੱਕ ਮੇਰੀ ਗੱਲ ਤੁਸਾਂ ਧਿਆਣੀ। ਮੁੰਡਾ ਤੀਜਾ, ਕਿਹੜੀ ਹੈ ਸੀ ਗੱਲ ਉਹ ਦੱਸ ਫੇਰ ਸੁਣਾ ਕੇ, ਹੋਰ ਵਧੇਰੇ ਅਰਥ ਤੂੰ ਉਸਦੇ ਵਿੱਚ ਪਾ ਕੇ। ਬਾਬਾ ਬੋੜ, ਕਿਧਰੇ ਵੀ ਕਮਜ਼ੋਰ ਨੂੰ ਨਹੀਂ ਮਿਲਦੀ ਦਾਦ, ਕਰਦਾ ਫਿਰੇ ਜਹਾਨ ਵਿੱਚ ਸਾਰੇ ਫਰਿਆਦ। ਸੀ ਦਲੀਪ ਕਮਜ਼ੋਰ ਅਜਿਹਾ ਇੱਕ ਅਭਾਗ, ਕੀਤੀ ਘਿਰਨਾ ਵਤਨ ਨੂੰ ਲਾ ਦਿੱਤਾ ਦਾਗ, ਕੁਲ ਆਪਣੀ ਨੂੰ ਸਿਰਮ ਨਾ ਪੈ ਗਿਆ ਸਵਾਦ। ਪੱਛਮ ਦੇ ਜੀਵਨ ਦਾ ਖੁੱਲ੍ਹਾ ਤੇ ਆਜ਼ਾਦ, ਜਿਸ ਨੂੰ ਉਸਨੇ ਸਮਝਿਆ ਪਰ ਨਾ ਮੁਰਾਦ, ਸਭ ਕਾਸੇ ਤੋਂ ਰਹਿ ਗਿਆ ਖੁੱਸਾ ਸੀ ਰਾਜ, ਪਰ ਨਾ ਮਿਲੀ ਅਭਾਗ ਨੂੰ ਕੋਈ ਪਰੀ ਨ ਯਾਦ। ਉੱਚੇ ਰਾਜਾ ਬੰਸ ਦੀ ਕਰ ਵੱਡ ਉਦਮਾਦ। ਮੁੰਡਾ ਚੌਥਾ, ਕਿੱਦਾਂ ਹੋਇਆ ਉਸਦਾ ਬਾਬਾ ਨਿਰਵਾਹ, ਵਿੱਚ ਬੇਗਾਨੇ ਦੇਸ਼ ਦੇ, ਜਿੱਥੋਂ ਦੀ ਵਾਹ ਨਾਲ ਵੀ ਨਹੀਂ ਸੀ ਉਸਦਾ ਕੋਈ ਰਿਸ਼ਤਾ ਰਾਹ। ਬਾਬਾ ਬੋੜ, ਰਾਣੀ ਜਿੰਦਾ ਜਾ ਰਹੀ ਸੀ ਵਿੱਚ ਨੇਪਾਲ, ਜਿਉਂ ਤਿਉਂ ਕੱਟੇ ਉਸਨੇ ਉੱਥੇ ਕੁਝ ਸਾਲ, ਹੈ ਸੀ ਉਸਦਾ ਬਹੁਤਾ ਹੀ ਪਰਮੰਦਾ ਹਾਲ। ਆਇਆ ਫਿਰ ਦਲੀਪ ਸਿੰਘ ਜਦ ਵਿੱਚ ਬੰਗਾਲ, ਚੀਤੇ ਹਾਥੀ ਸ਼ੇਰ ਆਦਿ ਦਾ ਕਰਨ ਸ਼ਿਕਾਰ, ਕਲਕੱਤੇ ਵਿੱਚ ਆਣ ਕੇ ਹੋ ਗਿਆ ਨਿਹਾਲ। ਸਿੰਘ ਸਿਪਾਹੀ ਉਸਨੂੰ ਸਤਿ ਸ੍ਰੀ ਅਕਾਲ, ਆਖਣਾ ਪ੍ਰਭਾਤ ਤੇ ਦੁਪਹਿਰ ਤਰਕਾਲ। ਹੋਇਆ ਫਿਕਰ ਅੰਗਰੇਜ਼ ਨੂੰ ਤਾਕੇ ਇਹ ਹਾਲ, ਕੀਤਾ ਹੁਕਮ ਦਲੀਪ ਨੂੰ ਲੈ ਮਾਨੋ ਨਾਲ, ਮੁੜ ਜਾ ਇੰਗਲਿਸਤਾਨ ਨੂੰ। ਨਾ ਆਪ ਦਿਖਾਲ ਸਿੰਘ ਪੰਜਾਬੀ ਕਿਸੇ ਨੂੰ ਨਹੀਂ ਹੋਗ ਖੁਚਾਲ, ਲੈ ਗਿਆ ਦੁਖੀਆ ਮਾਂ ਦੁਖਿਆਰੀ ਨੂੰ ਵੀ ਨਾਲ, ਉੱਥੇ ਜਾ ਕੇ ਜੀਵੀ ਪਰ ਉਹ ਥੋੜੇ ਸਾਲ। ਮੁੰਡਾ ਪਹਿਲਾ, ਬਾਬਾ ਰਾਣੀ ਉਸ 'ਤੇ ਵੀ ਮੰਦੇ ਭਾਗ, ਚਾਹੀਏ ਸਾਨੂੰ ਸਮਝਣੇ ਸੀ ਚਸ਼ਮ ਚਿਰਾਗ, ਜਿਹੜੀ ਸ਼ੇਰ ਪੰਜਾਬ ਦੀ ਅੱਜ ਬਣ ਗਈ ਕਾਗ। ਬਾਬਾ ਬੋੜ, ਦੇਖਿਆ ਸੀ ਰਣਜੀਤ ਦਾ ਉਹਨੇ ਪ੍ਰਤਾਪ, ਰਾਜ ਭਾਗ ਦੇ ਜਾਣ ਦਾ ਸੀ ਪਛਤਾਪ। ਉਸਦੇ ਮਨ ਵਿੱਚ ਬਹੁਤ ਹੀ ਕਰਨਾ ਪ੍ਰਲਾਪ, ਕਰਦੀ ਰਹਿੰਦੀ ਸਦਾ ਹੀ, ਹੋ ਗਿਆ ਦਿਕ ਤਾਪ। ਚੱਲਿਆ ਨਾ ਗਿਆ ਉਸ ਤੋਂ ਮਨ ਦਾ ਸੰਤਾਪ,
ਲੱਦ ਗਈ ਰਣਜੀਤ ਦੇ ਪਿੱਛੇ ਹੁਣ ਆਪ। ਮੁੰਡਾ ਦੂਜਾ, ਉਸਨੂੰ ਬਾਬਾ ਖਾ ਗਿਆ ਜਨਤਾ ਦਾ ਸਰਾਪ। ਬਾਬਾ ਬੋੜ, ਆਇਆ ਹਿੰਦੁਸਤਾਨ ਵਿੱਚ ਹੋ ਕੇ ਮੁਸ਼ਤਾਕ, ਜਲਦੀ ਭੇਟਾ ਕਰਨ ਨੂੰ ਮਾਤਾ ਦੀ ਰਾਖ। ਮਨ ਵਿੱਚ ਸੀ ਪੰਜਾਬ ਨੂੰ ਦੇਖਣ ਦੀ ਝਾਕ, ਪਰ ਸੀ ਉਸ ਤੋਂ ਸਾਮਰਾਜ ਵੱਧ ਚਤੁਰ ਚਲਾਕ। ਨਦੀ ਨਰਮਦਾ ਘੱਟ ਨਹੀਂ ਗੰਗਾ ਤੋਂ ਪਾਕ, ਮੁੜ ਜਾ ਇੱਥੋਂ ਸੋਹਣਿਆ ਨਾ ਹੋ ਗਮਗਾ ਨਾਕ। ਮੁੰਡਾ ਤੀਜਾ, ਸੁੱਟ ਗਿਆ ਉਹ ਨਰਮਦਾ ਵਿੱਚ ਮਾਂ ਦੀ ਰਾਖ। ਮੁੰਡਾ ਚੌਥਾ, ਸਾਮਰਾਜ ਹੈ ਬਾਬਿਆ ਡਾਢਾ ਸਫਾਕ। ਬਾਬਾ ਬੋੜ, ਮੁੜ ਕੇ ਇੰਗਲਿਸਤਾਨ ਵੱਲ ਉਸ ਚਾਲੇ ਪਾਏ, ਮਿਸਰ ਦੇਸ਼ ਦੇ ਰਾਹ ਵਿੱਚ ਉਸ ਦੇਖਣ ਚਾਹੇ। ਰਾਜ ਮੁਨਾਰੇ ਫਰਨੋਲਾਂ ਦੇ ਕਦੇ ਬਣਾਏ, ਪਰ ਦੇਖੋ ਕਿ ਉੱਥੇ ਭਾਵੇਂ ਖੇਲ ਰਚਾਏ। ਮਨ ਦਲੀਪ ਦਾ ਇੱਕ ਕੁੜੀ ਉੱਤੇ ਆ ਜਾਏ, ਜਿਸਦਾ ਪਿਤਾ ਇਤਾਲਵੀ ਅਤੇ ਮਿਸਰੀ ਮਾਏ। ਝੱਟ ਉਸ ਨਾਲ ਦਲੀਪ ਨੇ ਆਨੰਦ ਪੜਾਏ, ਤੇ ਇੱਕ ਵਾਰ ਫਿਰ ਬਦਕਿਸਮਤ ਖੁੰਝਾ ਹਾਏ। ਹੁੰਦੀ ਜੇ ਉਸ ਮਤ ਦਾ ਪੈਗਾਮ ਪਹੁੰਚਾਏ, ਹੈ ਕੋਈ ਸਿੱਖ ਸਰਦਾਰ ਜੋ ਮੈਨੂੰ ਕੁੜਮਾਏ। ਮੁੰਡਾ ਇੱਕ, ਹੋ ਜਾਂਦੀ ਜੇ ਉਸ ਦੀ ਇੱਧਰ ਕੁੜਮਾਈ, ਪੀੜੀ ਤਾਂ ਰਣਜੀਤ ਦੀ ਚੱਲ ਪੈਣੀ ਸੀ ਸਾਈ। ਬਾਬਾ ਬੋੜ, ਤੇ ਨਾ ਚੁੱਕਿਆ ਜਾਵਦਾ ਦੇਸੋ ਅਧਿਕਾਰ, ਮਹਾਰਾਜ ਦੇ ਖੂਨ ਦਾ ਤੁਹਾਡੇ ਵਿਚਕਾਰ। ਹਿੰਦੂ ਮੁਸਲਿਮ ਸਿੱਖ ਦੀ ਨਾ ਪੈਂਦੀ ਕਾਰ, ਤੇ ਨਾ ਰਹਿੰਦੇ ਸੋ ਤੁਸੀਂ ਪੂਰਾ 100 ਸਾਲ। ਦਿੱਤੀ ਸੀ ਜਦ ਬਾਬਿਆਂ ਨੇ ਆਣ ਵੰਗਾਰ, ਹੋ ਜਾਂਦੇ ਆਜ਼ਾਦੀ ਦੇ ਯੁੱਧ ਲਈ ਤਿਆਰ, ਤੇ ਸ਼ਾਇਦ ਜਿੱਤ ਜਾਉਂਦੇ ਭਾਵੇਂ ਦੁਸ਼ਵਾਰ। ਹੈ ਸੀ ਉਦੋਂ ਜਿੱਤਣਾ ਪਰ ਨਹੀਂ ਮੁਹਾਲ, ਨਾ ਹੁੰਦੀ ਫਿਰ ਇਸ ਦੇਸ਼ ਦੀ ਸ਼ਾਇਦ ਦੋ ਫਾੜ। ਹੁਣ ਹੋਈ ਹੈ ਜਿਸ ਤਰ੍ਹਾਂ ਮੈਂ ਕਰਾਂ ਵਿਚਾਰ। ਮੁੰਡਾ ਦੂਜਾ, ਇੰਨੀ ਤਾਂ ਅਸੀਂ ਬਾਬਿਆਂ ਨਾ ਕਰੀਏ ਸੋਚੀਏ, ਸਾਨੂੰ ਕਥਾ ਦਲੀਪ ਦੀ ਸੁਣਨੇ ਦੀ ਲੋਚ। ਬਾਬਾ ਬੋੜ, ਹੁਣ ਦਲੀਪ ਨੂੰ ਹੋ ਗਈ ਬੀਤੇ ਦੀ ਸਾਰ, ਕੀਤਾ ਉਸਨੇ ਵਤਨ ਦਾ ਰੁਖ ਤੀਜੀ ਵਾਰ। ਮਨ ਵਿੱਚ ਛੱਲਾ ਮਾਰਦਾ ਸੀ ਦੇਸ ਪਿਆਰ, ਛੋਟੇ ਹੁੰਦੇ ਲਏ ਸਨ ਜੋ ਕੇਸ ਉਤਾਰ। ਸਤਿਗੁਰੂ ਗੋਬਿੰਦ ਸਿੰਘ ਦਾ ਲਿਆ ਬਾਣਾ ਧਾਰ, ਪੱਛਮ ਵਾਲਾ ਭੇਸ ਹੁਣ ਦਿੱਤਾ ਸੋ ਉਤਾਰ। ਲੰਘਿਆ ਨਹਿਰ ਸਵੇਜ਼ ਨੂੰ ਖੁਸ਼ੀਆਂ ਵਿੱਚ ਪਾਰ, ਆਇਆ ਬੰਦਰ ਅਦਨ ਦੀ ਤੇ ਚਾਉ ਅਪਾਰ। ਉੱਥੇ ਪਲਟਨ ਸਿੰਘਾਂ ਦੀ ਸੀ ਕੀਤੀ ਠਾਹਰ, ਮਿਲੇ ਆਣ ਮਹਾਰਾਜ ਨੂੰ ਕਰ ਜੈ ਜੈਕਾਰ। ਮੁੰਡਾ ਇੱਕ, ਅੱਗੋਂ ਦੀ ਮੈਂ ਬੁੱਝ ਲਈ ਤੀਜੀ ਵੀ ਵਾਰ, ਪਹੁੰਚ ਨਾ ਸਕਿਆ ਦੇਸ਼ ਵਿੱਚ ਸਾਡਾ ਸਰਦਾਰ। ਬਾਬਾ ਬੋੜ, ਮੁੜ ਕੇ ਇੱਥੋਂ ਜਾ ਰਿਹਾ ਉਹ ਇੰਗਲਿਸਤਾਨ, ਔਖੀ ਹੋ ਗਈ ਉਸਨੂੰ ਕਰਨੀ ਗੁਜ਼ਰਾਨ। ਲੱਗਾ ਪਛਤਾਓ ਮਨ ਉਸਤੇ ਨੂੰ ਖਾਣ, ਕੁੱਤਾ ਧੋਬੀ ਦਾ ਜਿਵੇਂ ਉਸਦਾ ਨਾ ਥਾਨ। ਘਰ ਵਿੱਚ ਤੇ ਨਾ ਘਾਟ ਵਿੱਚ। ਵੱਡੇ ਅਰਕਾਨ ਸਾਮਰਾਜ ਦੇ ਉਸਨੂੰ ਤਾਨਾ ਅਪਣਾਣ, ਖੋ ਬੈਠਾ ਸੀ ਦੇਸ਼ ਦਾ ਆਤਮ ਅਭਿਮਾਨ। ਹੁਣ ਲੱਗਾ ਉਹ ਪਿਆਰ ਫਿਰ ਵਤਨਾਂ ਦਾ ਪਾਣ, ਲੱਗਾ ਇੱਧਰ ਚਿੱਠੀਆਂ ਘੱਲਣ ਘਲਵਾਣ। ਰੂਸ ਦੇਸ਼ ਦੇ ਜ਼ਾਰ ਨਾਲ ਕੁਝ ਜਾਣ ਪਛਾਣ, ਕੀਤੀ ਐਸੇ ਆਸ ਵਿੱਚ ਕਿ ਉਸਦੇ ਤਾਣ। ਸ਼ਾਇਦ ਮੈਂ ਕੁਝ ਕਰ ਸਕਾਂ ਦੁਸ਼ਮਣ ਦਾ ਹਾਣ। ਲੱਗਾ ਦਿਲ ਵਿੱਚ ਕਲਪਨਾ ਉਹ ਬਹੁਤ ਵਧਾਣ, ਲਿਖਿਆ ਖੱਤ ਪੰਜਾਬ ਦੇ ਸਰਤਾਰਾਂ ਕਾਣ। ਚਾਚੇ ਤਾਏ ਉਸ ਤੇ ਜੋ ਵੀਰ ਸਦਾਨ, ਲੱਗਾ ਹਾਂ ਮੈਂ ਰੂਸ ਚੋਂ ਇੱਕ ਫੌਜ ਲਿਆਣ। ਤੁਸੀਂ ਵੀ ਸ਼ੇਰੋ ਸੂਤ ਲਓ ਆਪਣੀ ਕਿਰਪਾਨ। ਮੁੰਡਾ ਦੂਜਾ, ਜ਼ਾਰ ਰੂਸ ਨੇ ਕੀਤੀ ਸੀ ਕੋਈ ਇਕਰਾਰ, ਫੌਜਾਂ ਉਸਨੂੰ ਦੇਣ ਦਾ। ਬਾਬਾ ਬੋੜ, ਨਹੀਂ ਬਰਖੁਰਦਾਰ, ਦਾਤਾ ਐਡਾ ਕਿੱਧਰਲਾ ਹੈਗਾ ਸੀ ਜ਼ਾਰ, ਪਰ ਕੀ ਉੱਤਰ ਭੇਜਦੇ ਸਾਡੇ ਸਰਦਾਰ। ਇਹ ਵੀ ਸੁਣ ਲਓ ਬੀਬੀਓ ਕੀ ਕਰੋ ਵਿਚਾਰ। ਸੁਣ ਦਲੀਪ ਸਿੰਘ ਸੋਹਣਿਆ, ਵੱਡੀ ਸਰਕਾਰ ਦਾ ਤੂੰ ਪੁੱਤਰ ਖਾਸ ਹੈ, ਤੇ ਸਾਨੂੰ ਪਿਆਰ ਤੇਰਾ ਜੱਗ ਜਹਾਨ ਤੋਂ ਹੈ ਵੱਧ ਅਪਾਰ। ਪਰ ਹੁਣ ਹਨ ਅੰਗਰੇਜ਼ ਵੀ ਸਾਡੀ ਸਰਕਾਰ, ਤੇ ਮਲਕਾ ਵਿਕਟੋਰੀਆ ਸਾਡੀ ਮਾਤਾਰ। ਦਿਲ ਤੇ ਜਾਨ ਅਸਾੜੜੇ ਉਸਤੇ ਵਫਾਦਾਰ, ਦਿਓ ਰਾਤੀ ਹਾਂ ਅਸੀਂ ਉਸਤੇ ਜਾਨ ਨਿਸਾਰ। ਦਈਏ ਉਸਦੇ ਬੋਲ ਤੋਂ ਅਸੀਂ ਜਾਨਾਵਾਰ, ਉਸਦਾ ਰੱਤੀ ਵਿਰੋਧ ਵੀ ਅਸੀਂ ਨਹੀਂ ਸਹਾਰ ਸਕਦੇ। ਹੋ ਜਾ ਸੋਹਣਿਆ ਤੂੰ ਖਬਰਦਾਰ ਸਾਥੋਂ, ਉਸ ਨਾਲ ਵਿਗੜ ਕੇ ਤੂੰ ਕੁਝ ਨਾ ਭਾਲ। ਮੁੜ ਜਾ ਇੰਗਲਿਸਤਾਨ ਤੂੰ ਮਲਿਕਾ ਦੇ ਦੁਆਰ, ਜਾ ਕੇ ਮੁਆਫੀ ਮੰਗ ਲੈ ਨਾ ਢਿੱਲ ਗੁਜ਼ਾਰ। ਮੁੰਡਾ ਦੂਜਾ,
ਸੱਚੀ ਬਾਬਾ? ਆਖਦੇ ਲੋਕੀ ਸਰਦਾਰ ਰਾਜੇ ਅਤੇ ਨਵਾਬ ਨਹੀਂ ਕਿਸੇ ਦੇ ਯਾਰ। ਬਾਬਾ ਬੋੜ, ਜਾਇਦਾਦ ਦੇ ਨਾਲ ਹੈ ਇਹਨਾਂ ਦੀ ਯਾਰੀ, ਵੱਧ ਹੈ ਮਾਤਰ ਭੂਮ ਤੋਂ ਧਨ ਭੂਮੀ ਪਿਆਰੀ। ਕਰ ਜਾਂਦੇ ਹਨ 10 ਨਾਲ ਇਹ ਝਟ ਗਦਾਰੀ, ਬਚਦੀ ਹੋਵੇ ਇਸ ਤਰ੍ਹਾਂ ਜੇਕਰ ਸਰਦਾਰੀ। ਆਜ਼ਾਦੀ ਦੀ ਜੰਗ ਨਾ ਜਨਤਾ ਨੇ ਹਾਰੀ, ਕਿਸੇ ਦੇਸ਼ ਵਿੱਚ ਕਦੇ ਵੀ ਲੋਕੀ ਨਰ ਨਾਰੀ। ਕਰ ਦਿੰਦੇ ਹਨ ਦੇਸ਼ ਤੋਂ ਸਭ ਕੁਝ ਬਲਿਹਾਰੀ, ਪਰ ਉਹਨਾਂ ਦੀ ਅਣਖ ਦੇ ਇਹ ਹੈਨ ਵਪਾਰੀ। ਰਾਜੇ ਤੇ ਸਰਦਾਰ ਵੱਡੇ ਰਾਜ ਅਧਿਕਾਰੀ, ਚਿੱਠੀ ਜਾ ਕੇ ਮਿਲੀ ਜਦ ਉਸਨੂੰ ਫਿਟਕਾਰੀ। ਵਗ ਗਈ ਉਸਦੇ ਬੀਬਿਓ ਸੀਨੇ ਵਿਚਾਰੀ, ਪੈਰੀ ਸ਼ਹਿਰ ਫਰਾਂਸ ਦੇ ਵਿੱਚ ਤੇਜ਼ ਕਟਾਰੀ। ਮਾਯੂਸੀ ਦੀ ਕੱਟ ਗਈ ਜਿੰਦ ਉਸਦੀ ਸਾਰੀ, ਚਿੱਠੀ ਅੰਤਮ ਗਿਲੇ ਦੀ ਉਸ ਲਿਖ ਗੁਜ਼ਾਰੀ। ਵੱਲ ਮਲਕਾ ਵਿਕਟੋਰੀਆ ਹੈ ਧੋਖਾ ਪਾਰੀ, ਹੋਇਆ ਮੇਰੇ ਨਾਲ ਇਹ ਤੂੰ ਸੁਣ ਹਥਿਆਰੀ। ਮੈਂ ਤਾਂ ਕੀਤੀ ਮੌਤ ਦੀ ਦੁਨੀਆ ਦੀ ਤਿਆਰੀ, ਪਰ ਜੇ ਕੋਈ ਸੂਰਮਾ ਪੰਜਾਬ ਮਤਾਰੀ। ਜੰਮੇਗੀ ਤਾਂ ਲੈ ਲਓ ਮੇਰੀ ਵੀ ਵਾਰੀ। ਮੁੰਡਾ 1, ਸੁੱਤਾ ਸਾਡਾ ਦੇਸ਼ ਸੀ ਗਲਫਤ ਦੀ ਨੀਂਦੇ, ਔੜਕ ਪੈਂਦੇ ਜਾਗ ਨੇ ਪਰ ਇੱਕ ਦਿਨ ਦਿੰਦੇ। ਬਾਬਾ ਬੋੜ, ਇਸ ਤੋਂ 25 ਸਾਲ ਦੀ ਹੁਣ ਲਾ ਕੇ ਛਾਲ, ਆ ਜਾ 20ਵੀਂ ਸਦੀ ਵਿੱਚ ਕਈ ਬੀਬੇ ਲਾਲ। ਭੁੱਖੇ ਦੇਸ ਪੰਜਾਬ ਦੇ 100 ਜ਼ਫਰ ਜਾਲ, ਅਮਰੀਕਾ ਕੈਨੇਡਾ ਪਹੁੰਚੇ ਮੰਦੇ ਹਾਲ। ਪਰ ਜੋ ਉੱਥੇ ਜਾ ਕੇ ਹੋਈ ਉਹਨਾਂ ਨਾਲ, ਅੱਗਾ ਪਿੱਛਾ ਉਸਨੇ ਦਿੱਤਾ ਸਭ ਦੀ ਖਾਲ।